ਜਿਵੇਂ ਤੁਸੀਂ ਕਹਿੰਦੇ ਹੋ ਕਿ ਮਿਸ ਰਾਏ ਉਹਦੇ ਵਿੱਚ ਨਹੀਂ ਸੀਗੀ, ਫਿਰ ਨਹੀਂ ਸੀ। ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਜਿਹੜੀ ਏਜੰਸੀ ਇਹ ਕੀਤਾ ਉਸ ਨੇ ਕੀਤੀ ਹੈ। ਅਤੇ ਸਿੱਧੂ ਸਾਹਿਬ ਨੇ ਮੈਨੂੰ ਦੱਸਿਆ ਕਿ 3 ਦਿਨ ਮੈਨੂੰ ਸੌਣ ਨਹੀਂ ਦਿੱਤਾ, 3 ਰਾਤਾਂ। ਅਤੇ ਸਾਰੀਆਂ ਜਿਹੜੀਆਂ ਇੰਟੈਲੀਜੈਂਸ ਦੀਆਂ ਏਜੰਸੀਜ਼ ਹੈਗੀਆਂ ਉਹਨਾਂ ਨੇ ਮੈਨੂੰ ਇੰਟੈਰੋਗੇਟ ਕੀਤਾ, CIDs ਨੇ ਵੀ ਕੀਤਾ, ਦਿੱਲੀ ਦੀ ਨੇ ਵੀ, ਅਤੇ ਮਿਲਟਰੀ ਇੰਟੈਲੀਜੈਂਸ ਨੇ ਵੀ ਕੀਤਾ। ਲਾਲ ਕਿਲੇ ਤੇ ਜਦੋਂ ਖਾਲਸਾਈ ਨਿਸ਼ਾਨ ਸਾਹਿਬ ਚੁਲਾਇਆ ਗਿਆ ਸੀ, ਸਾਡੇ ਤੇ ਥ੍ਰੈਟ ਪਤਾ ਕੀ ਆਏ ਸੀ ਵੀ ਤੁਹਾਨੂੰ 84 ਭੁਲਾ ਦਾਂਗੇ, ਤੁਹਾਡੀ ਕੌਮ ਦਾ ਨਹੀਂ ਪਤਾ ਲੱਗਣਾ। ਜਿੱਦੇ ਮੋਦੀ ਮੁੜਿਆ ਇੱਥੋਂ, ਸਾਡੀ ਤਾਂ ਕੋਈ ਗਲਤੀ ਨਹੀਂ ਸੀ, ਆਪ ਹੀ ਪੁਲ ਜੇ ਤੋਂ ਖੜ ਕੇ ਮੁੜ ਗਿਆ। ਫਿਰ ਇਹੀ ਗੱਲ ਵੀ ਤੁਹਾਡੀ ਕੌਮ ਦਾ ਨਹੀਂ ਪਤਾ ਲੱਗਣਾ। ਜੇ ਕਿਤੇ ਮੋਦੀ ਨੂੰ ਕੁਝ ਹੋ ਜਾਂਦਾ, ਵੀ ਮੋਦੀ ਨੂੰ ਜੇ ਕੁਝ ਹੋ ਜਾਂਦਾ, ਅਸੀਂ TC ਵਾਲਾ ਬੇਰ ਲਾਉਣ ਜਾਣਦੇ ਹਾਂ, ਫਿਰ ਕਹਿ ਕੇ ਲਾਉਣੇ ਆ ਅਸੀਂ। ਸੋ ਗੱਲ ਇਹ ਨਹੀਂ ਆ ਵੀ ਮੋਦੀ ਨੂੰ ਅਸੀਂ ਆਪਦੇ ਘਰੇ ਆਏ ਨੂੰ ਇਹ ਕਹਿ ਦਈਏ ਘਰੇ ਆਇਆ ਸਾਡੇ, ਜੇ ਸਾਡੇ ਦਰ ਤੇ ਆਇਆ ਤਾਂ ਅਸੀਂ ਦੇਖ ਛਕਾ ਕੇ ਮੋੜਾਂਗੇ। ਪਰ ਜਿੱਦਾਂ TC ਵਾਲਾ ਬੇਰ ਲਾਉਣਾ, ਉਹਦੇ ਗੁਰੂ ਨੇ ਪਤਾ ਨਹੀਂ ਕਿਹੜੇ ਸਿੰਘ ਤੋਂ ਸੇਵਾ ਲੈ ਲੈਣੀ ਆ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਪੰਜਾਬੀ ਇੰਡਸਟਰੀ ਨਾਲ ਜੁੜੀਆਂ ਕੁਝ ਖਾਸ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਸਿਮਰਨਜੀਤ ਸਿੰਘ ਜੀ ਮਾਨ ਦਾ, ਜਿਨ੍ਹਾਂ ਨੇ ਕਿ ਹਾਲ ਹੀ ਆਪਣੀ ਇੰਟਰਵਿਊ ਦੌਰਾਨ ਦੀਪ ਸਿੱਧੂ ਦੇ ਐਕਸੀਡੈਂਟ ਬਾਰੇ ਤੇ ਨਾਲ ਉਹਨਾਂ ਦੀ ਜੋ ਇੱਕ ਦੋਸਤ ਮਿੱਤਰ ਕਹੀ ਜਾ ਰਹੀ ਸੀ ਰੀਨਾ ਰਾਏ, ਉਸ ਬਾਰੇ ਬੜੇ ਹੀ ਅਹਿਮ ਬਿਆਨ ਦਿੱਤੇ ਹਨ। ਪਹਿਲਾਂ ਦੋਸਤੋ ਅਸੀਂ ਐਕਸੀਡੈਂਟ ਵਾਲੀ ਘਟਨਾ ਦਾ ਹੀ ਜ਼ਿਕਰ ਕਰਨਾ ਚਾਹੁੰਦੇ ਹਾਂ। ਸਾਰੇ ਹੀ ਲੋਕਾਂ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਇੱਕ ਸਾਜ਼ਿਸ਼ ਹੈ ਤੇ ਸਿਮਰਨਜੀਤ ਸਿੰਘ ਜੀ ਮਾਨ ਜੀ ਨੇ ਆਪਣੀ ਇੰਟਰਵਿਊ ਦੌਰਾਨ ਇਹ ਕਹਿ ਦਿੱਤਾ, ਉਸ ਘਟਨਾ ਦੇ ਹੀ ਦਰਦ ਨੂੰ ਬਿਆਨ ਕਰਦਿਆਂ ਹੋਇਆ, ਕਿ ਟਰੱਕ ਡਰਾਈਵਰ ਨੂੰ ਕੋਈ ਪਿੱਛੋਂ ਬੰਦਾ ਫੋਨ ਲਗਾ ਕੇ ਕਹਿ ਰਿਹਾ ਸੀ ਕਿ ਤੂੰ ਹੁਣ ਆਪਣੀ ਗੱਡੀ ਦੀ ਬ੍ਰੇਕ ਮਾਰ ਦੇ ਤਾਂ ਜੋ ਤੇਰੀ ਪਿੱਛੇ ਸਕਾਰਪੀਓ ਆ ਰਹੀ ਹੈ ਤੇਰੇ ਨਾਲ ਜਾ ਟਕਰਾਵੇ। ਤੇ ਇਸ ਦੌਰਾਨ ਹੀ ਦੋਸਤੋ ਦੀਪ ਸਿੱਧੂ ਦੀ ਮੌਤ ਹੋ ਗਈ ਸੀ। ਮੇਰਾ ਮਤਲਬ ਜਿਵੇਂ ਸਿੱਧੂ ਸਾਹਿਬ ਗਏ ਹੈ, ਇਹ ਤਾਂ ਬੜਾ ਅਜੀਬ ਹੈ ਕਿ ਸੜਕ ਦੇ ਉੱਤੇ ਉਹ ਜਿਹੜਾ ਟਰੱਕ ਹੈ ਉਹਦੇ ਟਾਇਰ ਦੇ ਜਿਹੜੇ ਮਾਰਕ ਹੈ ਇੰਨੇ ਡੂੰਘੇ, ਅਤੇ ਇਸ ਤਰ੍ਹਾਂ ਤਾਂ ਮੈਂ ਜ਼ਰੂਰ ਸਮਝਦਾ ਕਿ ਉਸ ਟਰੱਕ ਨੂੰ ਤੇ ਸਿੱਧੂ ਸਾਹਿਬ ਨੂੰ ਕੋਈ ਗੱਡੀ ਪਿੱਛੋਂ ਫੋਲੋ ਕਰ ਰਹੀ ਸੀਗੀ। ਅਤੇ ਜਦੋਂ ਉਹ ਮੌਕਾ ਆਇਆ, ਉਹਨਾਂ ਨੇ ਕਿਹਾ ਕਿ ਹੁਣ ਟਰੱਕ ਵਾਲੇ ਨੂੰ ਕਿ ਤੂੰ ਜੈਮ ਕਰ ਦੇ ਇੱਕਦਮ ਬ੍ਰੇਕਾਂ ਨੂੰ, ਅਤੇ ਟਰੱਕ ਦੇ ਅੱਗੇ ਤਾਂ ਕੋਈ ਚੀਜ਼ ਹੈ ਨਹੀਂ ਸੀ ਕਿ ਜਿਹਦੇ ਨਾਲ ਬ੍ਰੇਕਾਂ ਇੱਕਦਮ ਜੈਮ ਹੋਈਆਂ। ਤੇ ਦੋਸਤੋ ਰਹੀ ਗੱਲ ਉਸਦੀ ਗਰਲਫ੍ਰੈਂਡ ਜਾਂ ਕਹਿ ਲਓ ਦੋਸਤ ਮਿੱਤਰ ਰੀਨਾ ਰਾਏ ਜੀ ਬਾਰੇ। ਜਦੋਂ ਦੋਸਤੋ ਪ੍ਰੋ ਪੰਜਾਬ ਦੀ ਇੰਟਰਵਿਊ ਦੌਰਾਨ ਰੀਨਾ ਰਾਏ ਜੀ ਬਾਰੇ ਪੁੱਛਿਆ ਗਿਆ ਕਿ ਟੋਲ ਪਲਾਜ਼ਾ ਤੋਂ ਪਿਕਸ ਸਾਹਮਣੇ ਆਈ ਹੈ ਜਿੱਥੇ ਕਿ ਪਹਿਲਾਂ ਇਹ ਕਿਹਾ ਗਿਆ ਸੀ ਕਿ ਦੀਪਰਾ ਕੱਲਾ ਹੀ ਗੱਡੀ ਵਿੱਚ ਦਿਖਾਈ ਦਿੱਤਾ, ਤੇ ਉਸ ਤੋਂ ਇਲਾਵਾ ਰੀਨਾ ਰਾਏ ਜੀ ਵੀ ਕਹਿ ਰਹੀ ਸੀ ਕਿ ਮੈਨੂੰ ਬਾਅਦ ਵਿੱਚ ਸੁਰਤ ਆਈ ਜਦੋਂ ਐਕਸੀਡੈਂਟ ਹੋ ਗਿਆ, ਦੀਪ ਵੀ ਉਦੋਂ ਬੇਹੋਸ਼ ਹੋ ਗਿਆ ਸੀ। ਪਰ ਇਹਨਾਂ ਗੱਲਾਂ ਤੋਂ ਇਲਾਵਾ ਸਿਮਰਨਜੀਤ ਸਿੰਘ ਜੀ ਮਾਨ ਜੀ ਦਾ ਤਾਂ ਇਹੀ ਕਹਿਣਾ ਹੈ ਕਿ ਮੈਨੂੰ ਇਹਨਾਂ ਗੱਲਾਂ ਬਾਰੇ ਕੁਝ ਖਾਸ ਪਤਾ ਨਹੀਂ ਕਿ ਉਹ ਗੱਡੀ ਵਿੱਚ ਹੈ ਸੀ ਜਾਂ ਨਹੀਂ ਸੀ, ਪਰ ਹਾਂ ਉਸ ਤੋਂ ਵੀ ਥੋੜੀ ਮੋਟੀ ਜਾਂਚ ਪੜਤਾਲ ਜ਼ਰੂਰ ਹੋਣੀ ਚਾਹੀਦੀ ਹੈ। ਸਰ, ਜਿਸ ਤਰ੍ਹਾਂ CCTV ਫੁਟੇਜ ਵੀ ਆਈ ਹੈ ਜਿਸ ਉਸ ਦਿਨ ਦੀਆਂ, ਜਦੋਂ ਉਹ ਦਿੱਲੀ ਤੋਂ ਆਪਣਾ ਪੰਜਾਬ ਆ ਰਹੇ ਸੀਗੇ ਤਾਂ ਟੋਲ ਦੇ ਉੱਪਰ ਉਹਨਾਂ ਦੀਆਂ ਫੋਟੋਜ਼ ਕਾਰ ਦੀਆਂ ਫੋਟੋਜ਼ ਲਈਆਂ ਗਈਆਂ ਨੇ, ਜਿਹਦੇ ਵਿੱਚ ਪਹਿਲਾਂ ਦੱਸਿਆ ਗਿਆ ਕਿ ਉਹਨਾਂ ਦੇ ਸਾਥੀ ਉਹਨਾਂ ਦੇ ਨਾਲ ਸੀ ਰੀਨਾ ਰਾਏ, ਪਰ ਉਸ ਫੋਟੋ ਦੇ ਵਿੱਚ ਰੀਨਾ ਰਾਏ ਉਹਦੇ ਵਿੱਚ ਨਹੀਂ ਹੈਗੇ, ਦੀਪ ਸਿੱਧੂ ਕਾਰ ਦੇ ਵਿੱਚ ਇਕੱਲੇ ਸੀ। ਇਸ ਫੋਟੋਜ਼ ਨੂੰ ਲੈ ਕੇ, ਫੁਟੇਜ ਨੂੰ ਲੈ ਕੇ ਬੜੇ ਸਵਾਲ ਖੜੇ ਹੋ ਰਹੇ ਨੇ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਰੀਨਾ ਰਾਏ ਜਿਹੜਾ ਉਹਨੂੰ ਇੰਟੈਰੋਗੇਟ ਕਰਨਾ ਚਾਹੀਦਾ, ਉਸ ਤੋਂ ਤਲਬ ਕਰਨਾ ਚਾਹੀਦਾ। ਇਸ ਤੇ ਕੀ ਕਹੋ? ਮੈਨੂੰ ਤਾਂ ਨਹੀਂ ਪਤਾ ਜੀ, ਮੈਨੂੰ ਤਾਂ ਨਹੀਂ ਪਤਾ ਕਿ ਜਿਹੜੀ ਚੀਜ਼ ਉਹਨਾਂ ਦੇ ਉੱਤੇ ਪਾਈ ਗਈ ਹੈ ਆਫਟਰ ਦੀ ਐਕਸੀਡੈਂਟ, ਉਹਦਾ ਫੋਰੈਂਸਿਕ ਸਾਇੰਸ ਦੇ ਵਿੱਚ ਕਿਉਂ ਨਹੀਂ ਉਹਦਾ ਐਗਜ਼ਾਮੀਨੇਸ਼ਨ ਕੀਤਾ ਗਿਆ। ਕਹਿੰਦੇ ਕਿ ਇੱਕ ਸ਼ਰਾਬ ਦੀ ਬੋਤਲ ਸੀਗੀ, ਪਰ ਸਿੱਧੂ ਸਾਹਿਬ ਤਾਂ ਟੀਟੋਟਲਰ ਸੀਗੇ, ਉਹ ਸ਼ਰਾਬ ਨਹੀਂ ਸੀ ਪੀਂਦੇ। ਉਹ ਇੱਕ ਡਰਾਮੈਟਿਸਟ ਵੀ ਸੀਗੇ ਅਤੇ ਕਲਾਕਾਰ ਵੀ ਸੀਗੇ। ਉਹ ਆਪਣੀ ਬੋਡੀ ਨੂੰ ਬਿਲਕੁਲ ਫਿੱਟ ਰੱਖਣਾ ਚਾਹੁੰਦੇ ਸੀ। ਤੁਸੀਂ ਦੇਖਦੇ ਹੋ ਕਿ ਉਹਨਾਂ ਦੀ ਬੋਡੀ ਵੀ ਸ਼ੇਪਡ ਸੀਗੀ, ਅਤੇ ਉਹ ਤਾਂ ਦਾਰੂ ਪੀਂਦੇ ਹੀ ਨਹੀਂ ਸੀਗੇ। CBI ਜਾਂਚ ਦੀ ਵੀ ਮੰਗ ਕਰ ਰਹੇ ਹਨ ਦੋਸਤੋ ਸਾਰੇ ਹੀ ਆਰਟਿਸਟ ਜਿੰਨੇ ਵੀ ਮਤਲਬ ਦੀਪ ਸਿੱਧੂ ਨੂੰ ਚਾਹੁਣ ਵਾਲੇ ਸਨ, ਤਾਂ ਜੋ ਇਸ ਕਾਰਗੁਜ਼ਾਰੀ ਬਾਰੇ ਪੂਰਾ ਪਤਾ ਲੱਗ ਸਕੇ ਕਿਸ ਦਾ ਇਸ ਦੇ ਮਗਰ ਹੱਥ ਹੈ, ਕੌਣ ਹੈ ਇਸ ਸਾਜ਼ਿਸ਼ ਦਾ ਮਾਸਟਰਮਾਈਂਡ। ਪੰਜਾਬ ਦੀ ਅਸਲੀ ਜਿਹੜੀ ਲੜਾਈ ਆ ਨਾ, ਸਾਡੇ ਮਸਲੇ ਆ, ਉਹ ਸਾਡੀ ਕੌਮੀਅਤ ਤੋਂ ਅਸੀਂ ਦੂਰ ਹੋ ਰਹੇ ਆ। ਸਾਡੀ ਕੌਮੀਅਤ ਸਾਡੇ ਤੋਂ ਦੂਰ ਕੀਤੀ ਜਾ ਰਹੀ ਆ। ਸੈਂਟਰ ਸਰਕਾਰ ਇਹ ਲਗਾਤਾਰ ਯਤਨ ਕਰਦੀ ਆ। ਜੇ ਅਸੀਂ ਆਪਦੀ ਕੌਮੀਅਤ ਤੇ ਖੜਦੇ ਆ ਤੇ ਆਪਦੇ ਹੱਕਾਂ ਦੀ ਗੱਲ ਕਰਦੇ ਆ, ਖੁਦ ਮੁਖਤਿਆਰ ਹੋਣ ਦੀ ਗੱਲ ਕਰਦੇ ਆ, ਤੇ ਸਾਨੂੰ ਉਸੇ ਟਾਈਮ ਅੱਤਵਾਦੀ ਕੱਟੜਪੰਥੀ ਕਹਿ ਕੇ ਸਾਨੂੰ ਬਦਨਾਮ ਕਰ ਦਿੱਤਾ ਜਾਂਦਾ।
ਤੇ ਇੱਥੇ ਦੋਸਤੋ ਅਸੀਂ ਸਿੰਗੇ ਦਾ ਵੀ ਜ਼ਿਕਰ ਕਰਨਾ ਚਾਹੁੰਦੇ ਹਾਂ। ਦੀਪ ਸਿੱਧੂ ਨੂੰ ਇੱਕ ਵਾਰ ਫਿਰ ਉਹ ਯਾਦ ਕਰਦਾ ਹੋਇਆ ਦਿਖਾਈ ਦਿੱਤਾ। ਇੱਥੋਂ ਤੱਕ ਕਿ ਉਸਨੇ ਤਾਂ ਇਹ ਵੀ ਕਹਿ ਦਿੱਤਾ ਕਿ ਤੇਰੀ ਜਗ੍ਹਾ ਤੇ ਮੈਂ ਹੀ ਚਲਾ ਜਾਂਦਾ, ਪੰਜਾਬ ਨੂੰ ਤੇਰੀ ਬਹੁਤ ਲੋੜ ਸੀ। ਪਰ ਇਸ ਤੋਂ ਇਲਾਵਾ ਦੋਸਤੋ ਕੁਝ ਚੈਨਲਾਂ ਤੇ ਉਹ ਗੁੱਸੇ ਹੁੰਦਾ ਹੋਇਆ ਵੀ ਦਿਖਾਈ ਦਿੱਤਾ। ਹੁਣ YouTube ਦੇ ਚੈਨਲਾਂ ਨੂੰ ਵਧੀਆ ਗੱਲਾਂ ਮਿਲੀਆਂ ਆ ਦੀਪ ਵੀਰ ਦੀ ਡੈਥ ਤੇ, ਹਰ ਕੋਈ ਰੋਟੀਆਂ ਸੇਕਦਾ ਇੱਥੇ। ਸ਼ਰਮ ਕਰੋ, ਪਹਿਲਾਂ ਕਿੱਥੇ ਸੀ ਜਦੋਂ ਤੁਹਾਡੇ ਲਈ ਉਹ ਗਦਾਰ ਸੀ। ਮੈਂ ਤਾਂ ਉਦੋਂ ਵੀ ਲਾਈਵ ਆ ਕੇ ਬੋਲਿਆ ਸੀ ਮੈਂ ਜਾਣਦਾ ਚੰਗੀ ਤਰ੍ਹਾਂ ਦੀਪ ਨੂੰ, ਉਸ ਦੀ ਸੋਚ ਨੂੰ, ਪਰ ਫੁਕਰੇ ਲੋਕਾਂ ਲਈ ਜਾਨ ਵਾਰ ਗਿਆ ਹੀਰਾ ਭਰਾ ਮੇਰਾ। ਤੁਹਾਡੇ ਵੱਸ ਦੀ ਗੱਲ ਨਹੀਂ, ਤੁਸੀਂ ਇੰਜੋਏ ਕਰੋ, ਖਬਰਾਂ ਦੇਖੋ, ਟਾਈਮ ਪਾਸ ਕਰੋ। ਜਾਨ ਦੇਣ ਵਾਲੇ, ਸ਼ਹੀਦ ਹੋਣ ਵਾਲੇ ਆਉਂਦੇ ਜਾਂਦੇ ਰਹਿੰਦੇ ਆ। ਤੇ ਅਗਲੀ ਦੋਸਤੋ ਸਟੋਰੀ ਦੇਖੋ, ਪ੍ਰਭਦੀਪ ਸਿੱਧੂ ਤੂੰ ਨਾ ਜਾਂਦਾ ਮੈਂ ਚਲਾ ਜਾਂਦਾ, ਮੇਰਾ ਤਾਂ ਕੋਈ ਫਾਇਦਾ ਵੀ ਨਹੀਂ ਇੱਥੇ ਕਿਸੇ ਨੂੰ, ਤੂੰ ਹੁੰਦਾ ਕੁਝ ਕਰਦਾ ਤਾਂ ਸਹੀ ਪੰਜਾਬ ਲਈ। ਪਹਿਲਾਂ ਵੀ ਦੋਸਤੋ ਸਿੰਗਾ ਕਾਫੀ ਵਾਰ ਇਮੋਸ਼ਨਲ ਦਿਖਾਈ ਦਿੱਤਾ, ਪਰ ਦੋਸਤੋ ਸੂਈ ਇੱਕ ਜਗ੍ਹਾ ਤੇ ਹੀ ਆ ਕੇ ਅੜਕ ਜਾਂਦੀ ਹੈ ਕਿ ਇਹ ਇੱਕ ਸਾਜ਼ਿਸ਼ ਹੈ, ਪ੍ਰੀ ਪਲੈਨਡ ਮਰਡਰ ਹੈ ਜਾਂ ਵਾਕਈ ਹੀ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ। ਇਸ ਗੱਲ ਬਾਰੇ ਉਦੋਂ ਤੱਕ ਕੁਝ ਵੀ ਕਿਹਾ ਨਹੀਂ ਜਾ ਸਕਦਾ ਜਦ ਤੱਕ ਟਰੱਕ ਡਰਾਈਵਰ ਉਹ ਆਪਣੇ ਬਿਆਨ ਨਹੀਂ ਦੇ ਦਿੰਦਾ ਹਰੀਨਾ ਰਾਏ ਦੀ। ਜਦਕਿ ਦੋਸਤੋ ਟੋਲ ਪਲਾਜ਼ਾ ਵਾਲੀ ਕਲਿੱਪ ਸਾਹਮਣੇ ਆਈ ਹੈ, ਉਸ ਵਿੱਚ ਉਹ ਹੈ ਹੀ ਨਹੀਂ, ਬਾਅਦ ਵਿੱਚ ਉਹ ਕਿੱਦਾਂ ਸਾਹਮਣੇ ਆ ਜਾਂਦੀ ਹੈ। ਕੁਝ ਨਾ ਕੁਝ ਤਾਂ ਦੋਸਤੋ ਮਸਲਾ ਸਾਨੂੰ ਵੀ ਲੱਗ ਰਿਹਾ ਹੈ, ਦਰਸਾਇਆ ਨਹੀਂ ਗਿਆ, ਦਿਖਾਇਆ ਨਹੀਂ ਗਿਆ। 20-25 ਮਿੰਟ ਸਿਰਫ ਦੋਸਤੋ ਇੰਨਾ ਹੀ ਐਕਸੀਡੈਂਟ ਨੂੰ ਟਾਈਮ ਹੋਇਆ ਸੀ, ਉਸੇ ਟਾਈਮ ਹੀ ਪੁਲਿਸ ਪਹੁੰਚ ਗਈ, ਉਹਨਾਂ ਨੇ ਗੱਡੀਆਂ ਵੀ ਪਾਸੇ ਕਰ ਦਿੱਤੀਆਂ। ਜਦਕਿ ਕਈ ਵਾਰ ਤਾਂ ਕਿੰਨੇ ਘੰਟੇ ਗੱਡੀਆਂ ਪਰੇ ਹੀ ਨਹੀਂ ਕੀਤੀਆਂ ਜਾਂਦੀਆਂ, 4-4 ਦਿਨ ਵੀ ਲੰਘ ਜਾਂਦੇ ਹਨ। ਪਰ ਇਸ ਮਾਮਲੇ ਵਿੱਚ ਕੁਝ ਜ਼ਿਆਦਾ ਹੀ ਫੁਰਤੀ ਦਿਖਾਈ ਪੁਲਿਸ ਨੇ ਵੀ। ਇਹ ਦੋਸਤੋ ਕੁਝ ਗੱਲਾਂ ਅਸੀਂ ਸੋਸ਼ਲ ਮੀਡੀਆ ਤੇ ਹੀ ਦੇਖ ਰਹੇ ਹਾਂ। ਤੇ ਇਸ ਤੋਂ ਇਲਾਵਾ ਦੋਸਤੋ ਉਹਨਾਂ ਲੋਕਾਂ ਨੂੰ ਵੀ ਘੇਰਿਆ ਜਾ ਰਿਹਾ ਹੈ ਜੋ ਦੀਪ ਸਿੱਧੂ ਨੂੰ ਪਹਿਲਾਂ ਗਦਾਰ ਕਹਿੰਦੇ ਸਨ ਜਦੋਂ ਉਹ ਕਿਸਾਨ ਅੰਦੋਲਨ ਵਿੱਚ ਆਪਣੀ ਸ਼ਮੂਲੀਅਤ ਦੇ ਰਿਹਾ ਸੀ। ਦੀਪ ਸਿੱਧੂ ਲੱਖਸਦਾਣਾ ਮੁਰਦਾਬਾਦ, ਏਜੰਸੀਆਂ ਦੇ ਯਾਰ ਮੁਰਦਾਬਾਦ। ਦੀਪ ਸਿੱਧੂ ਵਰਗੇ ਲੋਕ ਜਿਨ੍ਹਾਂ ਨੇ ਆਰਐਸਐਸ ਦੀ ਟ੍ਰੇਨਿੰਗ ਲਈ ਹੋਈ ਹੈ, ਜਿਹੜੇ ਬੀਜੇਪੀ ਦੇ ਛੁਪੇ ਹੋਏ ਕੇਡਰ ਦੇ ਅਹਿਮ ਮੈਂਬਰ ਨੇ, ਜਿਹਨੂੰ ਕੋਈ ਭੁੱਲਿਆ ਨਹੀਂ, ਉਹਨਾਂ ਲੋਕਾਂ ਨੇ ਇਹਦੇ ਸਰਕਾਰ ਦੇ ਮੋਹਰੇ ਬਣ ਕੇ ਕਿਸਾਨੀ ਦੀ ਪਿੱਠ 'ਚ ਛੁਰਾ ਮਾਰਿਆ। ਪਰ ਅਸੀਂ ਦੋਸਤੋ ਇੱਕ ਗੱਲ ਜਾਣਨਾ ਚਾਹੁੰਦੇ ਹਾਂ ਕਿ ਆਪਣੇ ਲੋਕ ਦੀਪ ਸਿੱਧੂ ਦੀ ਸ਼ਹਾਦਤ ਨੂੰ ਯਾਦ ਰੱਖਣਗੇ, ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਇਦਾਂ ਦੀਆਂ ਘਟਨਾਵਾਂ ਹੋਈਆਂ ਨੇ। ਚਾਹੇ ਆਪਣੇ ਬੰਦੀ ਸਿੰਘਾਂ ਦੀ ਹੀ ਜ਼ਿਕਰ ਕਰ ਲਈਏ, ਲੋਕ ਬਹੁਤ ਜਲਦੀ ਭੁੱਲ ਜਾਂਦੇ ਹਨ ਕਿਸੇ ਵੀ ਚੀਜ਼ ਨੂੰ, ਕਿਸੇ ਵੀ ਵਾਰਦਾਤ ਨੂੰ, ਕਿਸੇ ਵੀ ਸ਼ਖਸ ਨੂੰ। ਇਨਸਾਫ ਤਾਂ ਹੀ ਮਿਲੇਗਾ ਜੇਕਰ ਅਸੀਂ ਆਵਾਜ਼ ਵਾਰ-ਵਾਰ ਇਸ ਦੀ ਉਠਾਉਂਦੇ ਹੀ ਰਹਾਂਗੇ। ਕੈਨੇਡਾ ਦਾ ਮੇਅਰ ਵੀ ਦੋਸਤੋ ਦੀਪ ਸਿੱਧੂ ਦੇ ਦੇਹਾਂਤ ਤੇ ਦੁੱਖ ਪ੍ਰਗਟਾਉਂਦਾ ਹੋਇਆ ਦਿਖਾਈ ਦਿੱਤਾ ਤੇ ਸਾਰੇ ਹੀ ਲੋਕ ਮੰਗ ਵੀ ਕਰ ਰਹੇ ਹਨ CBI ਜਾਂਚ ਦੀ, ਤੇ ਸਾਨੂੰ ਵੀ ਲੱਗਦਾ ਹੈ ਇਦਾਂ ਹੋਣਾ ਹੀ ਚਾਹੀਦਾ ਹੈ। ਤੇ ਦੇਖਦੇ ਹਾਂ ਫਿਰ ਦੋਸਤੋ ਲੋਕਾਂ ਨੂੰ ਪੰਜਾਬ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ। ਯੁੱਧ ਤੋਂ ਭੱਜਣ ਦੇ ਬਹਾਨੇ ਨਹੀਂ ਬਣਾਏ ਜਾਂਦੇ। ਅਸੀਂ ਭਲਾ ਰਾਹਾਂ ਦੇ ਰੋੜੇ ਹੀ ਸਹੀ, ਪਰ ਸਿਸਟਮ ਦੇ ਸਿੱਧਾ ਮੱਥੇ 'ਚ ਜਾ ਕੇ ਵੱਜਾਂਗੇ। ਤੇ ਦੋਸਤੋ ਇੱਥੇ ਹੁਣ ਅਸੀਂ ਪੰਜਾਬੀ 뮤직 ਇੰਡਸਟਰੀ ਦਾ ਹੀ ਜ਼ਿਕਰ ਕਰਨਾ ਚਾਹੁੰਦੇ ਹਾਂ। ਸਿੱਧੂ ਮੂਸੇਵਾਲਾ, ਉਸ ਦੀਆਂ ਵੀ ਕੁਝ ਇੰਟਰਵਿਊਜ਼ ਸਾਹਮਣੇ ਆ ਰਹੀਆਂ ਨੇ। ਕਦੇ ਜ਼ੋਰ ਤੇ ਲੜਿਆ, ਹੁਣ ਤਾਂ ਹੁਣ ਵੀ ਲੜ ਰਹੇ, ਅੱਗੇ ਵੀ ਲੜਾਂਗੇ ਜੀ। ਇਹ ਤਾਂ ਨਹੀਂ ਹੋਊਗਾ ਵੀ ਜੇ ਬੰਦਾ ਹਾਰ ਗਿਆ ਤੇ ਭੱਜੂਗਾ। ਨਹੀਂ ਹਾਰਨ ਵਾਲੀ ਗੱਲ ਨਹੀਂ ਯਾਰ, ਕੋਈ ਬਾਕੀ ਵਕਤ ਦੇ ਸਿਰ ਤੇ ਹੈ। ਆਪਾਂ ਨੂੰ ਪਾਥ ਕਲੀਅਰ ਹੋਣਾ ਜ਼ਰੂਰੀ ਹੈ, ਠੀਕ ਹੈ ਜੀ। ਐਵੇਂ ਮੈਂ ਕਹੀ ਜਾਵਾਂਗਾ, ਜੇ ਲੋਕ ਅਸੈਪਟ ਨਹੀਂ ਕਰਦੇ ਫਿਰ ਆਪਾਂ ਕੀ ਕਰਾਉਣਾ ਇਹੋ ਜਿਹੀ ਸਿਆਸਤ ਤੋਂ, ਠੀਕ ਹੈ। ਤੁਸੀਂ ਆਪਦੀ ਜ਼ਿੰਦਗੀ ਜਿਉਂ, ਅਸੀਂ ਆਪਦੀ ਜਿਉਂਦੇ। ਇਹ ਨਹੀਂ ਹੈਗਾ ਵੀ ਧੱਕਾ ਨਹੀਂ ਯਾਰ ਕਿਸੇ ਚੀਜ਼ ਨਾਲ। ਮੇਰੇ ਕੋਲ ਪ੍ਰੋਫੈਸ਼ਨ ਹੈਗਾ ਆਪਦਾ, ਮੈਂ ਧੱਕਾ ਜਾਂ ਨਹੀਂ ਕਰਦਾ। ਮੈਂ ਤਾਂ ਲੀਡਰ ਬਣੂੰਗਾ ਹੀ ਬਣੂੰਗਾ। ਮੈਂ ਇੱਕ ਵਾਰੀ ਹਾਰ ਗਿਆ ਤਾਂ ਦੂਜੀ ਵਾਰੀ। ਆਪਣਾ ਤਾਂ ਇਹ ਗੱਲ ਹੈ ਵੀ ਠੀਕ ਹੈ, ਤੁਸੀਂ ਨਹੀਂ ਚਾਹੁੰਦੇ, ਠੀਕ ਹੈ, ਗੱਲ ਮੁੱਕੀ, ਤੁਸੀਂ ਆਪਦੀ ਜ਼ਿੰਦਗੀ ਜਿਉਂ, ਆਪਾਂ ਆਪਦੀ ਜਿਉਂਦੇ, ਗੱਲ ਮੁੱਕੀ, ਬੰਦਿਸ਼ ਨਹੀਂ। ਮਤਲਬ ਬੜੀ ਤੁਹਾਡੀ ਗੱਲ ਦੇ ਵਿੱਚ ਵੱਡੀ ਗੱਲ ਆਉਂਦੀ ਆ, ਲੋਕ ਤੁਹਾਨੂੰ ਪਸੰਦ ਕਰਦੇ ਨੇ ਤਾਂ ਤੁਹਾਨੂੰ ਜਿਤਾਉਣ। ਨਹੀਂ ਠੀਕ ਹੈ ਫਿਰ ਯਾਰ, ਜੇ ਤੁਸੀਂ ਇੱਕ ਬੰਦੇ ਦੇ ਗਾਣਿਆਂ ਤੇ ਨੱਚਣਾ, ਭੰਗੜੇ ਪਾਉਣਾ ਜਾਣਦੇ, ਫਿਰ ਜੇ ਤੁਹਾਡੇ ਹੱਕਾਂ ਦੀ ਗੱਲ ਕਰਦਾ ਖੜੋ ਤਾਂ ਤੁਸੀਂ ਕਹਿੰਦੇ ਵੀ ਸਮਾਜ ਦੇ ਵਿੱਚ ਮਾੜੇ ਗਾਣੇ ਹੋਣੇ ਨਹੀਂ ਚਾਹੀਦੇ। ਜਦੋਂ ਕੋਈ ਚੰਗਾ ਕੰਮ ਕਰਦਾ ਉਹ ਤੁਸੀਂ ਦੂਜੇ ਪਾਸੇ ਹੋ ਕੇ ਖੜਦੇ ਹੋ, ਠੀਕ ਹੈ। ਮੈਂ ਤਾਂ ਆਪਦਾ ਮੈਨੂੰ ਹੀ ਪਾਥ ਮਿਲ ਜਾਣਾ, ਮੈਨੂੰ ਪਤਾ ਲੱਗ ਜਾਣਾ ਵੀ ਭਾਈ ਠੀਕ ਹੈ, ਗੱਲਾਂ ਹੀ ਨੇ ਕਿ ਹੈਗਾ ਕੋਈ ਕਣ ਕੰਡਾ, ਠੀਕ ਹੈ। ਜੇ ਹੋਰ ਕਿਸੇ ਨੂੰ ਪਸੰਦ ਕਰਦੇ ਫਿਰ ਉਹਨਾਂ ਨੂੰ ਕਰ ਲੈਣ, ਕੋਈ ਦਿੱਕਤ ਵਾਲੀ ਗੱਲ। ਹਾਲ ਹੀ ਉਸਨੇ ਸਨੀ ਮਲਟਨ ਨਾਲ ਕੋਲੈਬੋਰੇਸ਼ਨ ਵੀ ਸ਼ੋਅ ਕੀਤੀ ਹੈ। ਇਹਦਾ ਲੱਗ ਰਿਹਾ ਹੈ ਇਸ ਗਾਣੇ ਵਿੱਚ ਵੀ ਕੁਝ ਵਿਰੋਧੀਆਂ ਨੂੰ ਟਾਰਗੇਟ ਕੀਤਾ ਹੋ ਸਕਦਾ ਹੈ। ਇੱਕ ਦਿਨ ਹੀ ਬੀਤਿਆ ਸੀ ਵੋਟਾਂ ਪਈਆਂ ਨੂੰ ਤੇ ਉਸ ਤੋਂ ਬਾਅਦ ਗਾਣੇ ਦਾ ਐਲਾਨ ਵੀ ਕਰ ਦਿੱਤਾ। ਸਨੀ ਮਲਟਨ ਦਾ ਇਹੀ ਕਹਿ ਰਿਹਾ ਹੈ ਕਿ ਤੁਹਾਨੂੰ ਜੋ ਪੁਰਾਣੀ ਵਾਈਬਸ ਮਿਲੀ ਸੀ ਸਾਡੇ ਗਾਣੇ ਵਿੱਚ, ਉਹੀ ਵਾਈਬ ਤੁਹਾਨੂੰ ਇਸ ਗਾਣੇ ਵਿੱਚ ਸੁਣਨ ਨੂੰ ਮਿਲੇਗੀ। ਕੀ ਦੋਸਤੋ ਫਿਰ ਵਾਕਈ ਹੀ ਇਦਾਂ ਹੋ ਸਕਦਾ ਹੈ? ਤੇ ਕੱਲ ਅਖਾੜਾ ਵੀ ਹੋਇਆ ਜਿੱਥੇ ਕਿ ਬਾਈ ਬਾਈ ਗਾਣਾ ਗੁਣਗੁਣਾਉਂਦਾ ਨਜ਼ਰ ਆਇਆ।
ਤੁਸੀਂ ਗਾਣੇ ਬਾਰੇ, ਇੰਟਰਵਿਊਜ਼ ਬਾਰੇ ਆਪਣੇ ਅਹਿਮ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ। ਤੇ ਦੋਸਤੋ ਇੱਥੇ ਹੁਣ ਅਸੀਂ ਯੋ ਹਨੀ ਸਿੰਘ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ, ਜੋ ਕਿ ਅਫਸਾਨਾ ਖਾਨ ਤੇ ਸਾਜ ਦੇ ਵਿਆਹ ਤੇ ਪਹੁੰਚਿਆ। ਵੈਸੇ ਦੋਸਤੋ ਕੁਝ ਲੋਕ ਇਦਾਂ ਦੇ ਵੀ ਕਮੈਂਟ ਕਰ ਰਹੇ ਸਨ ਕਿ ਅਫਸਾਨਾ ਖਾਨ ਨੂੰ ਆਪਣਾ ਵਿਆਹ ਡਿਲੇ ਕਰ ਦੇਣਾ ਚਾਹੀਦਾ ਸੀ, ਕਿਉਂਕਿ ਦੀਪ ਸਿੱਧੂ ਦੀ ਸ਼ਹਾਦਤ ਜਾਂ ਕਹਿ ਲਓ ਸੋਗ ਦੇ ਉਸ ਵਿੱਚ ਪੂਰਾ ਪੰਜਾਬ ਹੀ ਬਹਿ ਚੁੱਕਾ ਸੀ। ਚਲੋ ਜੋ ਵੀ ਦੋਸਤੋ ਉਹਨਾਂ ਦੀ ਮਰਜ਼ੀ, ਅਸੀਂ ਗਲਤ ਵੀ ਨਹੀਂ ਕਹਿ ਰਹੇ। ਬਹੁਤ ਸਾਰੇ ਪੰਜਾਬੀ ਆਰਟਿਸਟਾਂ ਤੇ ਬਾਲੀਵੁੱਡ ਦੇ ਆਰਟਿਸਟਾਂ ਨੂੰ ਸੱਦਿਆ ਗਿਆ ਸੀ। ਹਿਮਾਂਸ਼ੀ ਖੁਰਾਨਾ ਹੁਣੀ ਉਹ ਵੀ ਦੋਸਤੋ ਕਾਫੀ ਕਲਿੱਪਸ ਇਸ ਬਾਰੇ ਸ਼ੇਅਰ ਕਰ ਚੁੱਕੇ ਨੇ। ਤੇ ਵਿਵੇਕ ਓਬਰਾਏ ਬਾਲੀਵੁੱਡ ਦਾ ਬਹੁਤ ਵੱਡਾ ਸਟਾਰ, ਉਸਨੇ ਤਾਂ ਦੋਸਤੋ ਸਪੈਸ਼ਲ ਲਾਈਵ ਆ ਕੇ ਇਸ ਬਾਰੇ ਬਿਆਨ ਹੀ ਦੇ ਦਿੱਤਾ ਕਿ ਮੈਂ ਆ ਨਹੀਂ ਸਕਿਆ, ਮਾਫੀ ਚਾਹੁੰਦਾ ਹਾਂ, ਮੇਰੇ ਨਾਲ ਇਹ ਸਭ ਕੁਝ ਹੋਇਆ। ਲਾਈਵ ਕਲਿੱਪ ਬਣਾਈ, ਤੁਸੀਂ ਦੇਖ ਹੀ ਸਕਦੇ ਹੋ। ਅਫਸਾਨਾ ਖਾਨ ਦਾ ਵੀ ਸਾਨੂੰ ਲੱਗਦਾ ਹੁਣ ਨਾਮ ਬਾਲੀਵੁੱਡ ਵਿੱਚ ਕਾਫੀ ਮਸ਼ਹੂਰ ਹੋ ਚੁੱਕਾ ਹੈ। ਪਰ ਇੱਥੇ ਤਾਂ ਜ਼ਿਕਰਯੋਗ ਗੱਲ ਇਹੀ ਸੀ, ਹਨੀ ਸਿੰਘ, ਹਿਮਾਂਸ਼ੀ ਖੁਰਾਨਾ, ਵਿਵੇਕ ਓਬਰਾਏ ਤਾਂ ਨਹੀਂ ਆ ਸਕਿਆ ਤੇ ਹੋਰ ਵੀ ਕਈ ਬਾਲੀਵੁੱਡ ਤੇ ਬਾਲੀਵੁੱਡ ਇੰਡਸਟਰੀ ਦੇ ਸਟਾਰ ਇਸ ਵਿਆਹ ਦੌਰਾਨ ਪਹੁੰਚੇ। ਏਦਾਂ ਦਾ ਸੀ ਹੋ ਗਿਆ ਜਿੱਦਾਂ ਉਂਗਲਾਂ ਚੋਂ ਰੇਤਾ। ਤੇ ਦੋਸਤੋ ਇੱਥੇ ਹੁਣ ਅਸੀਂ ਬਾਨੀ ਸੰਧੂ ਦਾ ਵੀ ਜ਼ਿਕਰ ਕਰਨਾ ਚਾਹੁੰਦੇ ਹਾਂ। ਕਿੰਨੇ ਹੀ ਪੰਜਾਬੀ ਆਰਟਿਸਟਾਂ ਦੇ ਉਹ ਗਾਣੇ ਅਕਸਰ ਸੁਣਨ ਦੀ ਨਜ਼ਰ ਆਉਂਦੀ ਹੈ। ਹਾਲ ਹੀ ਉਹ ਏਪੀ ਢਿੱਲੋਂ ਦਾ ਗਾਣਾ ਉਸ ਤੇ ਰੀਲਸ ਵੀਡੀਓ ਬਣਾਉਂਦੀ ਦਿਖਾਈ ਦਿੱਤੀ। ਹਨੀ ਸਿੰਘ ਦੇ ਵੀ ਗਾਣੇ ਕੁਝ ਦਿਨ ਪਹਿਲਾਂ ਸੁਣਦੀ ਦਿਖਾਈ ਦਿੱਤੀ ਸੀ। ਸਿੱਧੂ ਮੂਸੇਵਾਲਾ, ਕਰਨ ਔਜਲਾ, ਸਾਰੇ ਹੀ ਪੰਜਾਬੀ ਆਰਟਿਸਟਾਂ ਦੇ ਗਾਣੇ ਜਿਹੜੇ ਕਿ ਉਸ ਨੂੰ ਵਧੀਆ ਲੱਗਦੇ ਹਨ, ਉਹਨਾਂ ਦੇ ਉਹ ਗੁਣਗੁਣਾਉਂਦੀ ਨਜ਼ਰ ਆਉਂਦੀ ਹੈ, ਉਸ ਤੇ ਰੀਲਸ ਵੀਡੀਓ ਬਣਾਉਂਦੀ ਨਜ਼ਰ ਆਉਂਦੀ ਹੈ। ਤੇ ਇਸ ਤੋਂ ਇਲਾਵਾ ਦੀਪ ਸਿੱਧੂ ਬਾਰੇ ਵੀ ਇਸਨੇ ਬੜੇ ਹੀ ਅਹਿਮ ਵਿਚਾਰ ਦਿੱਤੇ ਸਨ ਕਿ ਸ਼ਹਾਦਤ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ। ਪਰ ਕੁਝ ਪੰਜਾਬੀਆਂ ਨੇ ਉਸ ਤੇ ਤੌਹਮਤਾਂ ਵੀ ਲਗਾਈਆਂ ਤੇ ਹੁਣ ਵੀ ਲਗਾ ਰਹੇ ਹਨ, ਜੋ ਕਿ ਦੋਸਤੋ ਬੜੀ ਹੀ ਗਲਤ ਗੱਲ ਹੈ। ਬਾਨੀ ਸੰਧੂ ਨੇ ਇਦਾਂ ਕਿਹਾ ਦੀਪ ਸਿੱਧੂ ਦੀ ਡੈਥ ਤੇ। ਭਾਰੀ ਗੀਤਾ, ਭਗਵਤ ਗੀਤਾ ਦੀ ਬੇਅਦਬੀ ਹੋਈ, ਸੰਤਾਂ ਨੇ ਪੈਸੇ ਦਿੱਤੇ ਉਹ ਵੀ ਲੜੋ ਕੇਸ, ਅਸੀਂ ਦਿੰਨੇ ਆ ਪੈਸੇ, ਟਕਸਾਲ ਨੇ ਪੈਸੇ ਦਿੱਤੇ ਵੀ ਇਹ ਬਰਦਾਸ਼ਤ ਨਹੀਂ ਹੋਊਗਾ। ਪਰ ਜਿਵੇਂ ਉਹਨਾਂ ਨੂੰ ਇੱਕ ਕਾਰਨਰ 'ਚ ਧੱਕ ਕੇ ਬਦਨਾਮ ਕਰਕੇ ਤੇ ਮੁੜ ਕੇ ਟੈਂਕ ਚੜਾਤੇ ਦਰਬਾਰ ਸਾਹਿਬ। ਤੇ ਦੋਸਤੋ ਏਪੀ ਢਿੱਲੋਂ ਬਾਰੇ ਇੱਕ ਜਾਣਕਾਰੀ ਵੀ ਦੇਣ ਵਾਲੀ ਰਹਿ ਗਈ। ਫੋਰਬਸ ਇੰਡੀਆ ਜਿਨ੍ਹਾਂ ਨੇ ਕਿ 30 ਅੰਡਰ 30 ਦੀ ਲਿਸਟ ਵਿੱਚ ਉਸ ਦਾ 29ਵੇਂ ਨੰਬਰ ਤੇ ਨਾਮ ਦਰਜ ਕੀਤਾ ਸੀ। ਪੰਜਾਬੀਆਂ ਲਈ ਬੜੀ ਮਾਣ ਵਾਲੀ ਗੱਲ ਸੀ। ਪਰ ਇਸ ਤੋਂ ਇਲਾਵਾ ਉਸ ਦੀ ਇੰਟਰਵਿਊ ਵੀ ਹੋਈ ਹੈ ਫੋਰਬਸ ਇੰਡੀਆ ਦੇ ਅੰਡਰ, ਜਿਸ ਵਿੱਚ ਉਹ ਇਹੀ ਕਹਿ ਰਿਹਾ ਹੈ ਕਿ ਜਿਹੜੇ ਗਾਣੇ ਹਲੇ ਮੈਂ ਰਿਲੀਜ਼ ਨਹੀਂ ਕੀਤੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਤੱਕ ਪਹੁੰਚਣਗੇ, ਇਦਾਂ ਦੀ ਮੈਂ ਆਸ ਕਰਦਾ ਹਾਂ। ਤੇ ਦੋਸਤੋ ਜੋ ਯੂਕੇ ਦਾ ਟੂਰ ਚੱਲ ਰਿਹਾ ਹੈ, ਭਰਾ ਨੇ ਕੁਝ ਡੇਟਾਂ ਵੀ ਚੇਂਜ ਕਰ ਦਿੱਤੀਆਂ ਨੇ। ਇਦਾਂ ਦੀਆਂ ਸਟੋਰੀਆਂ ਤੁਸੀਂ ਖੁਦ ਹੀ ਦੇਖ ਸਕਦੇ ਹੋ। ਏਪੀ ਢਿੱਲੋਂ ਥੋੜੇ ਟਾਈਮ 'ਚ ਅਲੱਗ ਹੀ ਰੁਤਬਾ, ਇਸਨੇ ਅਲੱਗ ਹੀ ਪਹਿਚਾਣ ਬਣਾਈ ਹੈ। ਤੇ ਜਿਹੜੇ ਗਾਣੇ ਦੀ ਦੋਸਤੋ ਗੱਲ ਕਰ ਰਿਹਾ ਹੈ ਕਿ ਹਲੇ ਰਿਲੀਜ਼ ਨਹੀਂ ਕੀਤੇ, ਪਹਿਲਾਂ ਗਾਣਿਆਂ ਤੋਂ ਜ਼ਿਆਦਾ ਤੱਕ ਪਾਉਣਗੇ, 2022 ਵਿੱਚ ਹੀ ਰਿਲੀਜ਼ ਕਰੇਗਾ, ਜਿਸ ਨਾਲ ਇਸ ਦੇ ਫੈਨਾਂ ਦੀਆਂ ਦਿਲਾਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਨੇ। ਤੇ ਦੇਖਦੇ ਹਾਂ ਫਿਰ ਕੀ ਕਰਦਾ 2022 ਵਿੱਚ। ਤੇ ਦੋਸਤੋ ਇੱਕ ਨਿੱਕੀ ਜਿਹੀ ਰਿਕੁਐਸਟ ਇਹ ਵੀ ਸੀ, ਪੰਜਾਬੀ ਮੋਟਰ ਲਾਈਵ ਦਿਸਦਾ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ, ਉਸ ਤੇ ਅਸੀਂ ਗੇਮਿੰਗ ਰਿਐਕਸ਼ਨ ਤੇ ਬਲੌਗ ਵਾਲੀਆਂ ਵੀਡੀਓ ਲੈ ਕੇ ਆ ਰਹੇ ਹਾਂ। ਜੇ ਹੋ ਸਕੇ ਤਾਂ ਉਸ ਚੈਨਲ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।